कूच अध्याय 25। यहोवा ने मूसा नाल गल कीती कि इसराएलियां नूं फरमा पई ਉਹ ਮੇਰੇ ਲਈ ਚੜਾਵਾ ਲਿਆਉਣ। ਹਰ ਇੱਕ ਮਨੁੱਖ ਤੋਂ ਜਿਹਦਾ ਮਨ ਉਹਨੂੰ ਪਰੇਰੇ ਤੁਸੀਂ ਮੇਰਾ ਚੜਾਵਾ ਲਿਓ। ਇਹ ਉਹ ਚੜਾਵਾ ਹੈ ਜਿਹੜਾ ਤੁਸੀਂ ਉਹਨਾਂ ਤੋਂ ਲਿਓ, ਅਰਥਾਤ ਸੋਨਾ, ਚਾਂਦੀ, पित्तल, नीला और बैंगनी और किरमिची रंग अते महीन कतान और पसम और छतरियां दियां लाल रंगियां होइयां पल्लां और पकरियां दियां कल्लां अते स्ट्रीम दी लकड़ी अते दीवे दा तेल और मसा करन दे तेल दा अते सुंगती दी तुप दा मसाला, सुलेमानी पत्थर और येफोद विच और सीने बंद विच चढ़न लई नग अते ओ मेरे लई एक पवित्र स्थान बनाउण ਤਾਂ ਜੋ ਮੈਂ ਉਹਨਾਂ ਦੇ ਵਿਚਕਾਰ ਵਸਾਂ। ਜਿਵੇਂ ਮੈਂ ਤੈਨੂੰ ਸਭ ਕੁਝ ਵਿਖਾਉਂਦਾ ਹਾਂ ਡੇਰੇ ਦੇ ਨਮੂਨੇ ਉੱਤੇ ਅਤੇ ਉਸ ਦੇ ਸਾਰੇ ਸਮਾਨ ਦੇ ਨਮੂਨੇ ਉੱਤੇ ਉਵੇਂ ਹੀ ਬਣਾਈਓ। ਉਹ ਸਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਉਣ ਜਿਸ ਦੀ ਲੰਬਾਈ 2.5 ਹੱਥ ਅਤੇ ਚੌੜਾਈ 1.5 ਹੱਥ ਅਤੇ ਉਚਾਈ 1.5 ਹੱਥ ਹੋਵੇ। ਤੂੰ ਉਸ ਉੱਤੇ ਕੁੰਦਨ ਸੋਨਾ ਮੜੀ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਮੜੀ ਅਤੇ ਤੂੰ ਉਸ ਉੱਤੇ ਸੋਨੇ ਦੀ ਬਨੇਰੀ ਚੁਫੇਰੇ ਬਣਾਈ। ਉਸ ਦੇ ਲਈ ਸੋਨੇ ਦੇ 4 ਕੜੇ ਢਾਲ ਕੇ ਉਹਦੀਆਂ ਚੌਹਾਂ ਪਵੀਆਂ ਵਿੱਚ ਲਾਈ, ਅਰਥਾਤ 2 ਕੜੇ ਇੱਕ ਪਾਸੇ ਦੇ ਕੜੇ ਦੂਜੇ ਪਾਸੇ ਦੇ। ਨਾਲੇ ਤੂੰ ਸਟੀਮ ਦੀ ਲੱਕੜੀ ਦੀਆਂ ਚੌਬਾਂ ਬਣਾਈ ਅਤੇ ਉਹਨਾਂ ਉੱਤੇ ਸੋਨਾ ਮੜੀ। ਤੂੰ ਉਹਨਾਂ ਚੌਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜੀਆਂ ਵਿੱਚ ਪਾਵੀਂ ਤਾਂ ਜੋ ਉਹਨਾਂ ਨਾਲ ਸੰਦੂਕ ਚੁੱਕਿਆ ਜਾਵੇ। ਚੌਬਾਂ ਸੰਦੂਕ ਦੇ ਕੜੀਆਂ ਵਿੱਚ ਰਹਿਣ ਅਤੇ ਉਹ ਉਹਨਾਂ ਵਿੱਚੋਂ ਕੰਢੀਆਂ ਨਾ ਜਾਣ। ਤੂੰ ਉਸ ਸੰਦੂਕ ਵਿੱਚ ਉਹ ਸਾਕੀ ਰੱਖੀ ਜਿਹੜੀ ਮੈਂ ਤੈਨੂੰ ਦੇਵਾਂਗਾ। ਤੂੰ ਪ੍ਰਾਸ਼ਚਿਤ ਦਾ ਪਰਸੋਨ ਸਰਪੋਸ ਕੁੰਦਨ ਸੋਨੇ ਦਾ ਬਣਾਈ ਜਿਸ ਦੀ ਲੰਬਾਈ 2.5 ਹੱਥ ਔਰ ਚੌੜਾਈ 1.5 ਹੱਥ ਹੋਵੇ। ਤੂੰ ਸੋਨੇ ਦੇ 2 ਕਰੂਬੀ ਬਣਾਈ। ਤੂੰ ਉਹਨਾਂ ਨੂੰ ਕੜਕੇ ਪ੍ਰਾਸ਼ਚਿਤ ਦੇ ਸਰਪੋਸ ਦੇ ਦੋਹਾਂ ਸਿਰਿਆਂ ਤੋਂ ਬਣਾਈ। ਤੂੰ ਇੱਕ ਕੁਰਬੀ ਇੱਕ ਸਿਰੇ ਤੋਂ ਔਰ ਦੂਜਾ ਕਰੂਬੀ ਦੂਜੇ ਸਿਰੇ ਤੋਂ ਬਣਾਈ। ਪ੍ਰਾਸ਼ਚਿਤ ਦੇ ਸਰਪੋਸ ਹੀ ਤੋਂ ਤੁਸੀਂ ਦੋਹਾਂ ਸਿਰਿਆਂ ਉੱਤੇ ਕਰੂਬੀਆਂ ਨੂੰ ਬਣਾਈਓ ਅਤੇ ਉਹ ਕਰੂਬੀ ਆਪਣੇ ਦੋਵੇਂ ਖੰਭ ਉਤਾਹਾਂ ਨੂੰ ਖਿਲਾਰੇ ਹੋਏ ਹੋਣ ਅਤੇ ਉਹ ਆਪਣੇ ਖੰਭਾਂ ਨਾਲ ਪ੍ਰਾਸ਼ਚਿਤ ਦੇ ਸਰਪੋਸ ਨੂੰ ਢੱਕਦੇ ਹੋਣ ਔਰ ਉਹਨਾਂ ਦੇ ਮੂੰਹ ਆਮਨੇ ਸਾਹਮਣੇ ਹੋਣ। ਕਰੂਬੀਆਂ ਦੇ ਮੂੰਹ ਪ੍ਰਾਸ਼ਚਿਤ ਦੇ ਸਰਪੋਸ ਵੱਲ ਹੋਣ ਅਤੇ ਤੂੰ ਪ੍ਰਾਸ਼ਚਿਤ ਨੂੰ ਉਤਾਹਾਂ ਸੰਦੂਕ ਦੇ ਉੱਤੇ ਰੱਖੀ ਔਰ ਤੂੰ ਉਸ ਸਾਕੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀ ਤਾਂ ਮੈਂ ਤੈਨੂੰ ਉੱਤੇ ਮਿਲਾਂਗਾ ਅਤੇ ਤੇਰੇ ਨਾਲ ਪ੍ਰਾਸ਼ਚਿਤ ਦੇ ਸਰਪੋਸ ਦੇ ਉੱਤੋਂ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਕੀ ਦੇ ਸੰਦੂਕ ਦੇ ਉੱਤੇ ਹਨ ਮੈਂ ਉਹ ਗੱਲਾਂ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਸਰਾਏਲੀਆਂ ਲਈ ਹੁਕਮ ਦਿਆਂਗਾ। ਤੂੰ ਚੀਨ ਦੀ ਲੱਕੜੀ ਦੀ ਇੱਕ ਮੇਜ਼ ਬਣਾਈ। ਉਸ ਦੀ ਲੰਬਾਈ 2 ਹੱਥ ਔਰ ਉਸ ਦੀ ਚੌੜਾਈ 1 ਹੱਥ ਔਰ ਉਸ ਦੀ ਉਚਾਈ 1.5 ਹੱਥ ਹੋਵੇ। ਤੂੰ ਉਸ ਨੂੰ ਕੁੰਦਨ ਸੋਨੇ ਨਾਲ ਮੜੀ ਅਤੇ ਉਸ ਦੇ ਚੁਫੇਰੇ ਸੋਨੇ ਦੀ ਬਨੇਰੀ ਬਣਾਈ। ਤੂੰ ਉਹਦੇ ਲਈ ਚੁਫੇਰੇ ਇੱਕ ਚੱਪਾ ਕਨਾਰੀ ਬਣਾਈ ਅਤੇ ਤੂੰ ਕਨਾਰੀ ਦੇ ਚੁਫੇਰੇ ਸੋਨੇ ਦੀ ਬਨੇਰੀ ਬਣਾਈ। ਤੂੰ ਉਹਦੇ ਲਈ ਸੋਨੇ ਦੇ 4 ਕੜੇ ਬਣਾਈ ਔਰ ਤੂੰ ਉਹਨਾਂ ਕੜੀਆਂ ਨੂੰ ਉਹਦੇ ਚੌਹਾਂ ਕੁੰਜੀਆਂ ਉੱਤੇ ਜਿਹੜੇ ਉਸ ਦੇ ਚੌਹਾਂ ਪਾਵੀਆਂ ਉੱਤੇ ਹਨ ਪਾਈ। ਕਨਾਰੀ ਦੇ ਕੋਲ ਹੀ ਕੜੇ ਹੋਣ ਅਤੇ ਉਹ ਮੇਜ਼ ਦੇ ਚੁੱਕਣ ਨੂੰ ਚੌਬਾਂ ਦੇ ਲਈ ਤਾਂ ਹੋਣ। ਤੂੰ
ਉਹ ਚੋਬਾਂ ਸਟੀਮ ਦੀ ਲੱਕੜੀ ਦੀਆਂ ਬਣਾਈ। ਤੂੰ ਉਹਨਾਂ ਨੂੰ ਸੋਨੇ ਨਾਲ ਮੜੀ ਤਾਂ ਜੋ ਮੇਜ਼ ਉਹਨਾਂ ਨਾਲ ਚੁੱਕੀ ਜਾਵੇ। ਨਾਲੇ ਤੂੰ ਉਸ ਦੀਆਂ ਥਾਲੀਆਂ, ਚਮਚੇ, ਉਸਦੇ ਗੜਵੇ ਔਰ ਡੋਲਣ ਦੇ ਕਟੋਰੇ ਬਣਾਈ। ਉਹ ਕੁੰਦਨ ਸੋਨੇ ਦੇ ਬਣਾਈ। ਤੂੰ ਮੇਜ਼ ਦੇ ਉੱਤੇ ਮੇਰੇ ਅੱਗੇ ਖਜੂਰੀ ਦੀਆਂ ਰੋਟੀਆਂ ਸਦਾ ਲਈ ਰੱਖਿਆ ਕਰੀ। ਤੂੰ ਸਮਾਧਾਨ ਕੁੰਦਨ ਸੋਨੇ ਦਾ ਬਣਾਈ। ਉਹ ਸਮਾਧਾਨ ਕੜਕੇ ਬਣਾਇਆ ਜਾਵੇ। ਉਸਦਾ ਪਾਏਦਾਨ ਅਤੇ ਉਸਦਾ ਡੰਡਾ, ਉਸਦੇ ਕਟੋਰੇ, ਉਸਦੇ ਗੋਲੇ ਔਰ ਉਸਦੇ ਫੁੱਲੇ ਉਸਦੇ ਵਿੱਚੋਂ ਹੀ ਹੋਣ। 6 ਟਹਿਣੀਆਂ ਉਸਦੇ ਦੋਹਾਂ ਪਾਸਿਆਂ ਤੋਂ ਨਿਕਲਣ। ਸਮਾਧਾਨ ਦੇ ਇੱਕ ਪਾਸਿਓਂ 3 ਟਹਿਣੀਆਂ ਅਤੇ ਸਮਾਧਾਨ ਦੇ ਦੂਜੇ ਪਾਸਿਓਂ 3 ਟਹਿਣੀਆਂ। ਇੱਕ ਟਹਿਣੀ ਉੱਤੇ 3 ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਔਰ ਇੱਕ ਫੁੱਲ, ਔਰ ਦੂਜੀ ਟਹਿਣੀ ਉੱਤੇ 3 ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਔਰ ਇੱਕ ਫੁੱਲ, ਅਤੇ ਯੂੰ ਹੀ 6 ਟਹਿਣੀਆਂ ਲਈ ਜਿਹੜੀਆਂ ਸਮਾਧਾਨ ਤੋਂ ਨਿਕਲਦੀਆਂ ਹਨ ਹੋਵੇ। ਅਤੇ ਸਮਾਧਾਨ ਵਿੱਚ 4 ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹਦੇ ਗੋਲੇ ਔਰ ਉਹਦੇ ਫੁੱਲ, ਅਤੇ ਉਸ ਤੋਂ 2 ਟਹਿਣੀਆਂ ਹੇਠ ਇੱਕ ਗੋਲਾ, और फिर उसे तो 2 टहनियाँ हेठ एक गोला, और फिर उसे तो 2 टहनियाँ हेठ एक गोला होवे। अते यूं ही उन्हां 6 टहनियाँ लई ਜਿਹੜੀਆਂ ਸਮਾਧਾਨ ਤੋਂ ਨਿਕਲਦੀਆਂ ਹਨ ਹੋਵੇ। ਉਹਨਾਂ ਦੇ ਗੋਲੇ ਅਤੇ ਉਹਨਾਂ ਦੀਆਂ ਟਹਿਣੀਆਂ ਉਸ ਤੋਂ ਹੋਣ, ਅਰਥਾਤ ਇਹ ਸਾਰਾ ਕੜਿਆ ਹੋਇਆ ਗੁੰਦਨ ਸੋਨੇ ਦੇ ਇੱਕ ਟੁਕੜੇ ਤੋਂ ਹੋਵੇ। तो उसदे 7 तीवे बनाई, और जद ओदे तीवे बाले जान तां वो आमने सामने चानन देन। उसदे गुल तरास और उसदे गुलदान कुंदन सोने दे होण, अते कुंदन सोने दे एक मन दे लगभग तो ये सारे पांडे बनाए जान। सो वेख तू उन्हां नूं उसे नमूने दे बनाई ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ। ਰਾਜਿਆਂ ਦੀ ਪਹਿਲੀ ਪੋਥੀ ਅਧਿਆਇ 19। ਤਾਂ ਆਹਾਬ ਨੇ ਉਹ ਸਭ ਜੋ ਏਲੀਆ ਨੇ ਕੀਤਾ ਅਤੇ ਉਹ ਸਭ ਪਈ ਜਿਵੇਂ ਉਸਨੇ ਸਾਰੇ ਨਬੀਆਂ ਨੂੰ ਤਲਵਾਰ ਨਾਲ ਵੱਢਿਆ ਇਜ਼ਬਲ ਨੂੰ ਦੱਸਿਆ। ਤਾਂ ਇਜ਼ਬਲ ਨੇ ਹਲਕਾਰੇ ਦੇ ਰਾਹੀਂ ਏਲੀਆ ਨੂੰ ਆਖ ਕੱਲਿਆ ਕਿ ਜੇ ਮੈਂ ਭਲਕੇ ਇਸੇ ਵੇਲੇ ਤੇਰੇ ਜਾਨ ਨੂੰ ਵੀ ਉਹਨਾਂ ਵਿੱਚੋਂ ਕਿਸੇ ਇੱਕ ਦੀ ਜਾਨ ਵਰਗਾ ਨਾ ਕਰ ਲਵਾਂ, ਤਾਂ ਦੇਵਤੇ ਮੇਰੇ ਨਾਲ ਵੀ ਅਜਿਹਾ ਹੀ ਕਰਨ, ਸਗੋਂ ਇਸ ਨਾਲੋਂ ਵੀ ਵਧਿਕ। ਜਾਂ ਉਸ ਵੇਖਿਆ ਉਹ ਉੱਠਿਆ ਅਤੇ ਆਪਣੀ ਜਾਨ ਲਈ ਭੱਜ ਕੇ ਬਏਰਸ਼ੇਬਾ ਨੂੰ ਗਿਆ ਜੋ ਯਹੂਦਾ ਦਾ ਹੈ, ਅਤੇ ਆਪਣੇ ਬਾਲਕੇ ਨੂੰ ਤਾਂ ਉੱਥੇ ਹੀ ਛੱਡਿਆ। ਪਰ ਆਪ ਇੱਕ ਦਿਨ ਦੇ ਰਾਤ ਤੱਕ ਉਜਾੜ ਵਿੱਚ ਅੱਗੇ ਚੱਲਿਆ ਗਿਆ ਅਤੇ ਰਸਤੇ ਦੇ ਰੁੱਖ ਹੇਠ ਜਾ ਬੈਠਾ। ਤਾਂ ਉਸ ਆਪਣੀ ਜਾਨ ਲਈ ਮੌਤ ਮੰਗੀ ਅਤੇ ਆਖਿਆ, ਹੈ ਯਹੋਵਾ, ਹੁਣ ਇੰਨਾ ਹੀ ਬਹੁਤ ਹੈ, ਮੇਰੀ ਜਾਨ ਕੱਢ ਲੈ, ਕਿਉਂ ਜੋ ਮੈਂ ਆਪਣੇ ਪਿਓ ਦਾਦਿਆਂ ਨਾਲੋਂ ਨੇਕ ਨਹੀਂ ਹਾਂ। ਤਾਂ ਉਹ ਰਸਤੇ ਦੇ ਰੁੱਖ ਹੇਠ ਲੰਮਾ ਪੈ ਗਿਆ ਅਤੇ ਉਹ ਸੋ ਗਿਆ। ਤਾਂ ਵੇਖੋ ਇੱਕ ਦੂਤ ਉਸਨੂੰ ਟੱਬ ਰਿਹਾ ਸੀ ਅਤੇ ਆਖਦਾ ਸੀ ਕਿ ਉੱਠ ਅਤੇ ਖਾ। ਜਦ ਉਸਨੇ ਡਿੱਠਾ ਤਾਂ ਵੇਖੋ ਅੰਗਿਆਰਾਂ ਉੱਤੇ ਪੱਕੀ ਹੋਈ ਇੱਕ ਰੋਟੀ ਅਤੇ ਪਾਣੀ ਦੀ ਇੱਕ ਸੁਰਾਹੀ ਉਸਦੇ ਸਰਾਣੇ ਪਈ ਹੋਈ ਸੀ। ਤਾਂ ਉਹ ਖਾ ਪੀ ਕੇ ਫਿਰ ਲੰਮਾ ਪੈ ਗਿਆ। ਯਹੋਵਾ ਦਾ ਦੂਤ ਉਸਦੇ ਕੋਲ ਫਿਰ ਆਇਆ ਅਤੇ ਉਸਨੂੰ ਟੁੱਬ ਕੇ ਆਖਿਆ, ਉੱਠ ਕੇ ਖਾ ਲੈ, ਕਿਉਂ ਜੋ ਪੰਧ ਤੇਰੇ ਲਈ ਬਹੁਤ ਲੰਬਾ ਹੈ। ਉਸਨੇ ਉੱਠ ਕੇ ਖਾਧਾ ਔਰ ਪੀਤਾ। ਤਾਂ ਉਸੇ ਭੋਜਨ ਦੇ ਬਲ ਨਾਲ 40 ਦਿਨ ਅਤੇ 40 ਰਾਤਾਂ ਪਰਮੇਸ਼ਰ ਦੇ ਹੋਰੇਬ ਪਰਬਤ ਤੱਕ ਤੁਰਿਆ ਗਿਆ। ਉੱਤੇ ਉਹ ਇੱਕ ਗੁਫਾ ਵਿੱਚ ਜਾ ਰਿਹਾ। ਤਾਂ ਵੇਖੋ ਯਹੋਵਾ ਦਾ ਵਚਨ ਉਸਨੂੰ ਆਇਆ ਅਤੇ ਉਸਨੂੰ ਆਖਿਆ, ਹੇ ਏਲੀਆ, ਤੂੰ ਇੱਥੇ ਕੀ ਕਰਦਾ ਹੈ? ਅੱਗੋਂ ਉਸਨੇ ਆਖਿਆ, ਮੈਂ ਯਹੋਵਾ ਸੈਨਾ ਦੇ ਪਰਮੇਸ਼ਰ ਦੀ
ਅਨਕ ਨਾਲ ਸੜਿਆ ਪਿਆ ਹਾਂ, ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ, ਤੇਰੀਆਂ ਜਗਵੇਤੀਆਂ ਢਾਹ ਸੁੱਟੀਆਂ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਹੁਣ ਮੈਂ ਹੀ ਇਕੱਲਾ ਬਾਕੀ ਰਹਿ ਗਿਆ ਹਾਂ, ਪਰ ਉਹ ਮੇਰੀ ਜਾਨ ਕੱਢਣ ਨੂੰ ਮੈਨੂੰ ਲੱਭਦੇ ਫਿਰਦੇ ਹਨ। ਤਾਂ ਉਸ ਆਖਿਆ, ਅੱਗੇ ਜਾ ਅਤੇ ਯਹੋਵਾ ਦੇ ਸਨਮੁਖ ਪਰਬਤ ਉੱਤੇ ਖਲੋ ਜਾ। ਤਾਂ ਵੇਖੋ, ਯਹੋਵਾ ਲੰਘਿਆ ਅਤੇ ਇੱਕ ਵੱਡੀ ਤੇ ਜ਼ੋਰ ਦੀ ਹਨੇਰੀ ਨੇ ਪਹਾੜ ਪਾੜ ਸੁੱਟੇ ਅਤੇ ਯਹੋਵਾ ਦੇ ਅੱਗੇ ਚੱਟਾਨ ਨੂੰ ਚੂਰ ਚੂਰ ਕਰ ਦਿੱਤਾ, ਪਰ ਯਹੋਵਾ ਹਨੇਰੇ ਵਿੱਚ ਨਹੀਂ ਸੀ। ਤਾਂ ਹਨੇਰੇ ਪਿੱਛੋਂ ਭੂਚਾਲ ਆਇਆ, ਪਰ ਯਹੋਵਾ ਭੂਚਾਲ ਵਿੱਚ ਨਹੀਂ ਸੀ। ਤਾਂ ਭੂਚਾਲ ਦੇ ਪਿੱਛੋਂ ਅੱਗ ਆਈ, ਪਰ ਯਹੋਵਾ ਅੱਗ ਦੇ ਵਿੱਚ ਵੀ ਨਹੀਂ ਸੀ। ਤਾਂ ਅੱਗ ਦੇ ਪਿੱਛੋਂ ਇੱਕ ਹੌਲੀ ਅਤੇ ਨੀਵੀਂ ਆਵਾਜ਼ ਆਈ। ਤਾਂ ਯੂੰ ਹੋਇਆ ਕਿ ਜਦ ਏਲੀਆ ਨੇ ਸੁਣਿਆ ਤਾਂ ਉਸਨੇ ਆਪਣਾ ਮੂੰਹ ਆਪਣੀ ਗੋਦੜੀ ਵਿੱਚ ਟੱਕ ਲਿਆ ਅਤੇ ਬਾਹਰ ਨਿਕਲ ਕੇ ਗੁਫਾ ਦੇ ਮੂੰਹ ਦੇ ਉੱਤੇ ਹੋ ਖਲੋਤਾ। ਤਾਂ ਵੇਖੋ, ਉਸ ਨੂੰ ਇੱਕ ਆਵਾਜ਼ ਆਈ ਅਤੇ ਆਖਿਆ, ਏਲੀਆ ਤੂੰ ਇੱਥੇ ਕੀ ਕਰਦਾ ਹੈ? ਤਾਂ ਉਸਨੇ ਆਖਿਆ, ਮੈਂ ਯਹੋਵਾ ਸੈਨਾ ਦੇ ਪਰਮੇਸ਼ਰ ਦੀ ਅਨਕ ਨਾਲ ਸਾੜਿਆ ਪਿਆ ਹਾਂ, ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ, ਤੇਰੀਆਂ ਜਗਵੇਤੀਆਂ ਨੂੰ ਢਾਹ ਸੁੱਟਿਆ, ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਮੈਂ ਹੀ ਇਕੱਲਾ ਬਾਕੀ ਰਹਿ ਗਿਆ ਹਾਂ, ਪਰ ਉਹ ਮੇਰੀ ਜਾਨ ਕੱਢਣ ਨੂੰ ਮੈਨੂੰ ਲੱਭਦੇ ਫਿਰਦੇ ਹਨ। ਤਾਂ ਯਹੋਵਾ ਉਸ ਨੂੰ ਆਖਿਆ, ਜਾ ਅਤੇ ਉਜੜਦੇ ਰਾਹ ਦਸਮਿਕ ਨੂੰ ਮੁੜ ਜਾ ਅਤੇ ਉੱਤੇ ਜਾ ਕੇ ਹਜ਼ਾਇਲ ਨੂੰ ਮਸਾ ਕਰਕੇ ਆਰਾਮ ਦਾ ਪਾਦਸ਼ਾਹ ਬਣਾ ਅਤੇ ਨਿਮਸੀ ਦੇ ਪੁੱਤਰ ਯਹੂ ਨੂੰ ਮਸਾ ਕਰਕੇ ਇਸਰਾਏਲ ਦਾ ਪਾਦਸ਼ਾਹ ਬਣਾ ਅਤੇ ਸਾਫਾਟ ਦੇ ਪੁੱਤਰ ਐਲੀਸ਼ਾ ਨੂੰ ਜੋ ਆਬਲ ਮਹਿਲਾ ਦਾ ਹੈ ਮਸਾ ਕਰਕੇ ਉਹ ਤੇਰੀ ਤਾਂ ਨਬੀ ਹੋਵੇ। ਤਾਂ ਯੂੰ ਹੋਵੇਗਾ ਕਿ ਜਿਹੜਾ ਹਜ਼ਾਇਲ ਦੀ ਤਲਵਾਰ ਤੋਂ ਬਚੇਗਾ ਉਹਨੂੰ ਯਹੂ ਮਾਰੇਗਾ ਅਤੇ ਜਿਹੜਾ ਯਹੂ ਦੀ ਤਲਵਾਰ ਤੋਂ ਬਚੇਗਾ ਉਹਨੂੰ ਐਲੀਸ਼ਾ ਮਾਰੇਗਾ। ਪਰ ਮੈਂ ਇਸਰਾਏਲ ਵਿੱਚ ਆਪਣੇ ਲਈ 7000 ਰੱਖ ਲਈ ਹਨ, ਉਹ ਸਭ ਜਿਨ੍ਹਾਂ ਦੇ ਕੋੜੇ ਬਾਲ ਅੱਗੇ ਨਹੀਂ ਨੀਵੀ ਅਤੇ ਉਹ ਸਾਰੇ ਮੂੰਹ ਜਿਨ੍ਹਾਂ ਨੇ ਉਹਨੂੰ ਨਹੀਂ ਚੁੰਮੀਆਂ। ਤਾਂ ਉਹ ਉੱਤੋਂ ਚੱਲ ਪਿਆ ਅਤੇ ਸਾਫਾਟ ਦੇ ਪੁੱਤਰ ਐਲੀਸ਼ਾ ਨੂੰ ਹਲ ਵਾਹੁੰਦਿਆਂ ਜਾ ਲੱਭਾ। ਉਹਦੀ 12 ਹਲਾਂ ਦੀ ਵਾਹੀ ਸੀ ਅਤੇ 12ਵੀਂ ਜੋਗ ਦੇ ਮਗਰ ਉਹ ਆਪ ਸੀ। ਏਲੀਆ ਨੇ ਉਹਦੇ ਕੋਲ ਦੀ ਲੰਘ ਕੇ ਆਪਣੀ ਗੋਦੜੀ ਉਹਦੇ ਉੱਤੇ ਪਾ ਦਿੱਤੀ। ਤਾਂ ਉਹ ਬਲਦਾਂ ਨੂੰ ਛੱਡ ਕੇ ਏਲੀਆ ਦੇ ਮਗਰ ਦੌੜ ਗਿਆ ਅਤੇ ਉਸਨੂੰ ਆਖਿਆ, ਮੈਨੂੰ ਪ੍ਰਵਾਨਗੀ ਦੇ ਜੋ ਮੈਂ ਆਪਣੇ ਮਾਪਿਆਂ ਨੂੰ ਚੁੰਮ ਆਵਾਂ, ਤਾਂ ਮੈਂ ਤੇਰੇ ਪਿੱਛੇ ਲੱਗਾ ਜਾਵਾਂਗਾ। ਉਸਨੇ ਉਹਨੂੰ ਆਖਿਆ, ਮੁੜ ਜਾ, ਮੈਂ ਤੈਨੂੰ ਕੀ ਕੀਤਾ? ਤਾਂ ਉਹ ਉਸ ਦੇ ਕੋਲ ਮੁੜ ਗਿਆ। ਉਸ ਇੱਕ ਜੋਗ ਬਲਦਾਂ ਦੀ ਲੈ ਕੇ ਉਹਨਾਂ ਨੂੰ ਵੱਢ ਸੁੱਟਿਆ ਅਤੇ ਹਲ ਪੰਜਾਲੀ ਦੀਆਂ ਲੱਕੜੀਆਂ ਨਾਲ ਉਹਨਾਂ ਦਾ ਮਾਂਸ ਰਿੰਨ ਕੇ ਲੋਕਾਂ ਨੂੰ ਦਿੱਤਾ। ਤਾਂ ਉਹਨਾਂ ਨੇ ਖਾਧਾ। ਫਿਰ ਉਹ ਉੱਠਿਆ ਅਤੇ ਏਲੀਆ ਦੇ ਪਿੱਛੇ ਜਾ ਲੱਗਾ ਅਤੇ ਉਸ ਦੀ ਸੇਵਾ ਕਰਦਾ ਰਿਹਾ। ਜਬਰਾਂ ਦੀ ਪੋਥੀ ਅਧਿਆਇ 43। हे ਪਰਮੇਸ਼ਰ, ਮੇਰਾ ਨਿਆਂ ਕਰ ਅਤੇ ਇੱਕ ਨਿਰਦਈ ਕੌਮ ਨਾਲ ਮੇਰਾ ਮੁਤਬਾ ਕਰ। ਕਪਟੀ ਦੇ ਪੇੜੇ ਮਨੁੱਖ ਤੋਂ ਮੈਨੂੰ ਛੁਡਾ, ਕਿਉਂ ਜੋ ਮੇਰੀ ਪਨਾਹ ਦਾ ਪਰਮੇਸ਼ਰ ਤੂੰ ਹੀ ਹੈ। ਕਾਹਦੇ ਲਈ ਤੈਂ ਮੈਨੂੰ ਤਿਆਗ ਦਿੱਤਾ ਹੈ? ਮੈਂ ਕਿਉਂ ਵੇਰੀ ਦੇ ਹਨੇਰੇ ਦੇ ਮਾਰੇ ਵਿਰਲਾਪ ਕਰਦਾ ਫਿਰਦਾ ਹਾਂ? ਆਪਣੇ ਚਾਨਣ ਔਰ ਆਪਣੀ ਸੱਚਾਈ ਨੂੰ ਕੱਲ ਕਿ ਉਹ ਮੇਰੀ ਅਗਵਾਈ ਕਰਨ ਅਤੇ ਉਹ ਮੈਨੂੰ ਤੇਰੇ ਪਵਿੱਤਰ ਪਹਾੜ ਔਰ ਤੇਰੀਆਂ ਡੇਰਿਆਂ ਕੋਲ ਪਹੁੰਚਾਣ। ਤਦ ਮੈਂ ਪਰਮੇਸ਼ਰ ਦੀ ਜਗਵੇਦੀ ਕੋਲ ਜਾਵਾਂਗਾ, ਉਸ ਪਰਮੇਸ਼ਰ ਕੋਲ ਜਿਹੜਾ ਮੇਰੀ ਅਤ ਵੱਡੀ ਖੁਸ਼ੀ ਹੈ, ਅਤੇ ਬਰਬਤ ਵਜਾ ਕੇ ਤੇਰਾ ਧੰਨਵਾਦ ਕਰਾਂਗਾ। हे ਮੇਰੇ ਪਰਮੇਸ਼ਰ, हे ਮੇਰੇ ਪ੍ਰਭੂ ਜੀ, हे ਮੇਰੇ ਜੀ, ਤੂੰ ਕਿਉਂ ਚੁੱਕਿਆ ਹੋਇਆ ਹੈ ਅਤੇ ਮੇਰੇ ਵਿੱਚ ਕਿਉਂ ਵਿਆਕੁਲ ਹੈ? ਪਰਮੇਸ਼ਰ ਉੱਤੇ ਆਸਾ ਰੱਖ, ਮੈਂ ਤਾਂ ਫਿਰ ਉਸ ਦਾ ਧੰਨਵਾਦ ਕਰਾਂਗਾ
ਜਿਹੜਾ ਮੇਰੇ ਮੁਕੜੇ ਦਾ ਬਚਾਓ ਅਤੇ ਮੇਰਾ ਪਰਮੇਸ਼ਰ ਹੈ। ਲੂਕਾ ਦੀ ਇੰਜੀਲ ਅਧਿਆਇ 17। ਉਸਨੇ ਆਪਣੇ ਚੇਲਿਆਂ ਨੂੰ ਆਖਿਆ, ਨੌਕਰਾਂ ਦਾ ਨਾਂ ਲੱਗਣਾ ਅਣਹੋਣਾ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਕਰਕੇ ਉਹ ਲੰਘਦੀਆਂ ਹਨ। ਜੇ ਕਰਾਸ ਦਾ ਮੁੜ ਉਹਦੇ ਗਲ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ ਤਾਂ ਉਹਦੇ ਲਈ ਇਸ ਨਾਲੋਂ ਚੰਗਾ ਸੀ ਜੋ ਉਹ ਇਨ੍ਹਾਂ ਚੋਟੀਆਂ ਵਿੱਚੋਂ ਇੱਕ ਨੂੰ ਠੋਕਰ ਖਵਾਵੇ। ਖਬਰਦਾਰ ਰਹੋ, ਜੇ ਤੇਰਾ ਭਾਈ ਗੁਨਾਹ ਕਰੇ ਤਾਂ ਉਹਨੂੰ ਸਮਝਾ ਦੇ, ਔਰ ਜੇ ਤੋਬਾ ਕਰੇ ਤਾਂ ਉਹਨੂੰ ਮਾਫ ਕਰ। ਜੇ ਉਹ ਇੱਕ ਦਿਨ ਵਿੱਚ 7 ਵਾਰੀ ਤੇਰੇ ਗੁਨਾਹ ਕਰੇ ਅਤੇ 7 ਵਾਰੀ ਤੇਰੇ ਵੱਲ ਮੁੜ ਕੇ ਕਹੇ ਮੈਂ ਤੋਬਾ ਕਰਦਾ ਹਾਂ, ਤਾਂ ਉਹਨੂੰ ਮਾਫ ਕਰ। ਤਾਂ ਰਸੂਲਾਂ ਨੇ ਪ੍ਰਭੂ ਨੂੰ ਕਿਹਾ, ਸਾਡੀ ਨੇਚਾ ਵਧਾ। ਪਰ ਪ੍ਰਭੂ ਨੇ ਆਖਿਆ, ਜੇ ਤੁਸਾਂ ਵਿੱਚ ਰਾਈ ਦੇ ਦਾਣੇ ਸਮਾਨ ਨੇਚਾ ਹੁੰਦੀ ਤਾਂ ਤੁਸੀਂ ਇਸ ਤੂਤ ਨੂੰ ਕਹਿ ਦਿੰਦੇ ਜੋ ਉਕੜ ਜਾ ਅਤੇ ਸਮੁੰਦਰ ਵਿੱਚ ਲੱਗ ਜਾ ਅਤੇ ਉਹ ਤੁਹਾਡੀ ਮੰਨ ਲੈਂਦਾ। ਤੁਹਾਡੇ ਵਿੱਚ ਕੌਣ ਹੈ ਜੋ ਉਹਦਾ ਚਾਕਰ ਹਲ ਵਾਹੁੰਦਾ ਜਾਂ ਭੇਡਾਂ ਚਾਰਦਾ ਹੋਵੇ ਤਾਂ ਜਿਸ ਵੇਲੇ ਉਹ ਖੇਤੋਂ ਆਵੇ ਉਸ ਨੂੰ ਆਖੇਗਾ, ਛੇਤੀ ਆ ਕੇ ਖਾਣ ਨੂੰ ਬੈਠ, ਸਗੋਂ ਉਹਨੂੰ ਇਹ ਨਾ ਆਖੇਗਾ, ਭਾਈ ਕੁਝ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ ਕੇ ਮੇਰੀ ਟਹਿਲ ਕਰ ਜਦ ਤੀਕਰ ਮੈਂ ਖਾ ਪੀ ਨਾ ਹਟਾਂ ਅਤੇ ਇਹਦੇ ਪਿੱਛੋਂ ਤੂੰ ਖਾਵੀ ਪੀਵੀ। ਭਲਾ ਉਹ ਉਸ ਚਾਕਰ ਦਾ ਹਸਾਨ ਮੰਨਦਾ ਹੈ, ਇਸ ਲਈ ਜੋ ਉਹਨੇ ਹੁਕਮ ਮੁਜਬ ਕੰਮ ਕੀਤੇ। ਇਸ ਤਰ੍ਹਾਂ ਤੁਸੀਂ ਵੀ ਜਾ ਉਹ ਸਾਰੇ ਕੰਮ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਪੂਰੇ ਕਰ ਚੁੱਕੇ ਤਾਂ ਕਹੋ ਭਈ ਅਸੀਂ ਨਿਕੰਮੇ ਬੰਦੇ ਹਾਂ, ਬੇ ਜੋ ਕੁਝ ਸਾਨੂੰ ਕਰਨਾ ਉਚਿਤ ਸੀ ਅਸਾਂ ਉਹੀ ਕੀਤਾ। ਜਦ ਉਹ ਯਰੂਸ਼ਲਮ ਨੂੰ ਚੱਲਿਆ ਜਾਂਦਾ ਸੀ ਤਾਂ ਸਾਮਰੀਆ ਔਰ ਗਲੀਲ ਦੇ ਵਿੱਚੋਂ ਦੀ ਲੰਘਿਆ ਔਰ ਉਹਦੇ ਕਿਸੇ ਪਿੰਡ ਵਿੱਚ ਵੜਿਆ। 10 ਕੋੜੇ ਉਹਨੂੰ ਮਿਲੇ ਜਿਹੜੇ ਦੂਰ ਖੜੇ ਰਹੇ ਅਤੇ ਉਹਨਾਂ ਨੇ ਉੱਚੀ ਆਵਾਜ਼ ਦੇ ਕੇ ਕਿਹਾ, ਹੇ ਯਿਸੂ ਮਹਾਰਾਜ, ਸਾਡੇ ਉੱਤੇ ਦਇਆ ਕਰ। ਉਸਨੇ ਵੇਖ ਕੇ ਉਹਨਾਂ ਨੂੰ ਆਖਿਆ, ਜਾਓ ਆਪਣੇ ਤਾਈ ਜਾਜਕਾਂ ਨੂੰ ਵਿਖਾਓ। ਅਤੇ ਯੂੰ ਹੋਇਆ ਕਿ ਉਹ ਜਾਂਦੇ ਜਾਂਦੇ ਸ਼ੁੱਧ ਹੋ ਗਏ। ਤਾਂ ਉਹਨਾਂ ਵਿੱਚੋਂ ਇੱਕ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਵੱਡੀ ਆਵਾਜ਼ ਨਾਲ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਮੁੜ ਆਇਆ ਅਤੇ ਮੂੰਹ ਦੇ ਭਾਰ ਉਹਦੇ ਪੈਰੀ ਪੈ ਕੇ ਉਹਦਾ ਸ਼ੁਕਰ ਕੀਤਾ। ਅਤੇ ਉਹ ਸਾਮਰੀ ਸੀ। ਪਰ ਯਿਸੂ ਨੇ ਅੱਗੋਂ ਆਖਿਆ, ਭਲਾ 10 ਸ਼ੁੱਧ ਨਹੀਂ ਹੋਏ ਤਾਂ ਉਹ 9 ਕਿੱਥੇ ਹਨ? ਇਸ ਉੱਪਰੇ ਤੋਂ ਬਿਨਾਂ ਕਿ ਹੋਰ ਨਾ ਮਿਲੇ ਜੋ ਮੁੜ ਕੇ ਪਰਮੇਸ਼ਰ ਦੀ ਵਡਿਆਈ ਕਰਦੇ। ਉਸਨੂੰ ਕਿਹਾ, ਉੱਠ ਕੇ ਚੱਲਿਆ ਜਾ, ਤੇਰੀ ਨੇਚਾ ਨੇ ਤੈਨੂੰ ਚੰਗਾ ਕੀਤਾ ਹੈ। ਜਾਂ ਫਰੀਸੀਆਂ ਨੇ ਉਹਨੂੰ ਪੁੱਛਿਆ, ਭਈ ਪਰਮੇਸ਼ਰ ਦਾ ਰਾਜ ਕਦੋਂ ਆਵੇਗਾ? ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਪਰਮੇਸ਼ਰ ਦਾ ਰਾਜ ਪ੍ਰਤੱਖ ਹੋ ਕੇ ਨਹੀਂ ਆਉਂਦਾ ਅਤੇ ਨਾ ਉਹ ਕਹਿਣਗੇ ਭਈ ਵੇਖੋ ਇੱਥੇ ਜਾਂ ਉੱਥੇ ਹੈ, ਕਿਉਂਕਿ ਵੇਖੋ ਪਰਮੇਸ਼ਰ ਦਾ ਰਾਜ ਤੁਹਾਡੇ ਵਿੱਚ ਹੈ। ਉਸਨੇ ਚੇਲਿਆਂ ਨੂੰ ਆਖਿਆ, ਉਹ ਦਿਨ ਆਉਣਗੇ ਜਾਂ ਤੁਸੀਂ ਮਨੁੱਖਾਂ ਦੇ ਪੁੱਤਰ ਦੀਆਂ ਦਿਨਾਂ ਵਿੱਚ ਇੱਕ ਨੂੰ ਵੇਖਣਾ ਚਾਹੋਗੇ ਪਰ ਨਾ ਵੇਖੋਗੇ। ਉਹ ਤੁਹਾਨੂੰ ਕਹਿਣਗੇ, ਵੇਖੋ ਉੱਤੇ ਹੈ, ਵੇਖੋ ਇੱਥੇ ਹੈ, ਤੁਸਾਂ ਨਾ ਜਾਣਾ ਤੇ ਮਗਰ ਨਾ ਲੱਗਣਾ। ਕਿਉਂਕਿ ਜਿਸ ਤਰ੍ਹਾਂ ਬਿਜਲੀ ਆਕਾਸ਼ ਦੇ ਹੇਠ ਦੇ ਇੱਕ ਪਾਸਿਓਂ ਲੁਕਦੀ ਤਾਂ ਆਕਾਸ਼ ਦੇ ਹੇਠ ਦੂਏ ਪਾਸੇ ਤਿਕੁਰ ਚਮਕਦੀ ਹੈ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਆਪਣੇ ਦਿਨ ਵਿੱਚ ਆਵੇਗਾ। ਪਰ ਪਹਿਲੇ ਉਹਨੂੰ ਜ਼ਰੂਰ ਹੈ ਜੋ ਬਹੁਤ ਕਸ਼ਟ ਭੋਗੇ ਅਤੇ ਇਸ ਪੀੜ੍ਹੀ ਦੇ ਲੋਕਾਂ ਦੀ ਰੱਦਿਆ ਜਾਵੇ। ਔਰ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ। ਉਹ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਵਿਆਹ ਜਾਂਦੇ ਸਨ ਉਸ ਦਿਨ ਤਿੱਕਰ ਕਿ ਨੂਹ ਕਿਸ਼ਤੀ ਉੱਤੇ ਚੜਿਆ ਅਤੇ ਪਰਲੋ ਆਈ ਅਤੇ ਸਭਨਾਂ ਦਾ ਨਾਸ਼ ਕੀਤਾ। ਔਰ ਜਿਸ ਤਰ੍ਹਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ, ਉਹ ਖਾਂਦੇ ਪੀਂਦੇ ਮੁੱਲ ਲੈਂਦੇ ਵੇਚਦੇ ਬੀਚਦੇ ਅਤੇ
ਘਰ ਬਣਾਉਂਦੇ ਸਨ। ਪਰ ਜਿਸ ਦਿਨ ਲੂਤ ਸਦੋਮ ਤੋਂ ਨਿਕਲਿਆ, ਅੱਗ ਅਤੇ ਕੰਦਕ ਆਕਾਸ਼ੋਂ ਬਰਕੀ ਅਤੇ ਸਭਨਾਂ ਦਾ ਨਾਸ ਕੀਤਾ। ਇਸੇ ਤਰ੍ਹਾਂ ਉਸ ਦਿਨ ਵੀ ਹੋਵੇਗਾ ਜਾਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। ਉਸ ਦਿਨ ਜਿਹੜਾ ਕੋਟੇ ਉੱਤੇ ਹੋਵੇ ਅਤੇ ਉਹਦਾ ਅਸਬਾਬ ਘਰੇ ਵਿੱਚ ਹੋਵੇ, ਉਹ ਉਸ ਦੇ ਲੈਣ ਨੂੰ ਹੇਠਾਂ ਨਾ ਉਤਰੇ, ਅਤੇ ਜਿਹੜਾ ਖੇਤ ਵਿੱਚ ਹੋਵੇ ਇਸੇ ਤਰ੍ਹਾਂ ਪਿੱਛਾ ਨਾ ਮੁੜੇ। ਲੂਤ ਦੀ ਤੀਵੀ ਨੂੰ ਚੇਤੇ ਰੱਖੋ। ਜਿਹੜਾ ਆਪਣੀ ਜਾਨ ਸੰਭਾਲਣੀ ਚਾਹੁੰਦਾ ਹੈ ਉਹ ਉਸ ਨੂੰ ਗਵਾ ਬੈਠੇਗਾ, ਪਰ ਜੇ ਉਸ ਨੂੰ ਖਵਾਵੇ ਸੋ ਉਹਨੂੰ ਜਿਉਂਦੇ ਰੱਖੇਗਾ। ਮੈਂ ਤੁਹਾਨੂੰ ਆਖਦਾ ਹਾਂ ਭਈ ਉਸ ਰਾਤ ਇੱਕ ਸਮੇਂ ਉੱਤੇ ਦੋ ਜਣੇ ਹੋਣਗੇ, ਇੱਕ ਲੈ ਲਈ ਜਾਵੇਗਾ ਅਤੇ ਦੂਆ ਛੱਡਿਆ ਜਾਵੇਗਾ। ਦੋ ਤੀਵੀਆਂ ਇਕੱਠੀਆਂ ਪੈਂਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡੀ ਜਾਵੇਗੀ। ਤਦ ਉਹਨਾਂ ਉਸ ਨੂੰ ਅੱਗੋਂ ਆਖਿਆ, ਪ੍ਰਭੂ ਜੀ ਕਿਤੇ? ਉਸਨੇ ਉਹਨਾਂ ਨੂੰ ਕਿਹਾ, ਜਿੱਥੇ ਲੋਤ ਹੈ ਉੱਥੇ ਗਿਰਜਾਂ ਵੀ ਇਕੱਠੀਆਂ ਹੋਣਗੀਆਂ। ਲੂਕਾ ਦੀ ਇੰਜੀਲ ਅਧਿਆਇ 18। ਉਸਨੇ ਉਹਨਾਂ ਨੂੰ ਇਸ ਮਤਲਬ ਦਾ ਇੱਕ ਦ੍ਰਿਸ਼ਟਾਂਤ ਦਿੱਤਾ, ਜੋ ਸਦਾ ਪ੍ਰਾਰਥਨਾ ਵਿੱਚ ਲੱਗਿਆ ਰਹਿਣਾ ਅਤੇ ਸੁਸਤੀ ਨਹੀਂ ਕਰਨੀ ਚਾਹੀਦੀ। ਕਿ ਕਿਸੇ ਨਗਰ ਵਿੱਚ ਇੱਕ ਹਾਕਮ ਸੀ, ਜਿਹਨੂੰ ਨਾ ਪਰਮੇਸ਼ਰ ਦਾ ਭੈ ਨਾ ਮਨੁੱਖ ਦੀ ਪਰਵਾਹ ਸੀ। ਔਰ ਉਸੇ ਨਗਰ ਵਿੱਚ ਇੱਕ ਵਿਧਵਾ ਸੀ ਅਤੇ ਉਹ ਉਸਦੇ ਕੋਲ ਇਹ ਕਹਿੰਦੀ ਆਉਂਦੀ ਸੀ, ਜੋ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦਿਓ। ਕਿੰਨਾ ਕੁ ਚਿਰ ਤਾਂ ਉਹਨਾਂ ਨੇ ਨਾ ਚਾਹਿਆ, ਪਰ ਪਿੱਛੋਂ ਆਪਣੇ ਮਨ ਵਿੱਚ ਕਿਹਾ ਕਿ ਭਾਵੇਂ ਮੈਂ ਨਾ ਪਰਮੇਸ਼ਰ ਦਾ ਭੈ ਕਰਦਾ ਨਾ ਮਨੁੱਖ ਦੀ ਪਰਵਾਹ ਕਰਦਾ ਹਾਂ, ਤਾਂ ਵੀ ਇਸ ਲਈ ਜੋ ਇਹ ਵਿਧਵਾ ਮੈਨੂੰ ਚਿੱਜ ਕਰਦੀ ਹੈ, ਮੈਂ ਉਹਦਾ ਬਦਲਾ ਲੈ ਦਿਆਂਗਾ। ਅਜਿਹਾ ਨਾ ਹੋਵੇ ਜੋ ਉਹ ਕੜੀ ਮੁੜੀ ਆਣ ਕੇ ਮੇਰਾ ਸਿਰ ਖਾਵੇ। ਪ੍ਰਭੂ ਨੇ ਆਖਿਆ, ਸੁਨੋ ਕਿ ਇਹ ਬੇਇਨਸਾਫ ਹਾਕਮ ਕੀ ਕਹਿੰਦਾ ਹੈ। ਫਿਰ ਭਲਾ ਪਰਮੇਸ਼ਰ ਆਪਣੇ ਚੁਣਿਆ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ, ਜਿਹੜੇ ਰਾਤ ਦਿਨ ਉਹਦੀ ਦੁਹਾਈ ਦਿੰਦੇ ਹਨ, ਭਾਵੇਂ ਉਹ ਚੌਖਾ ਚਿਰ ਉਹਨਾਂ ਦੀ ਜਰਦਾ ਹੈ। ਮੈਂ ਤੁਹਾਨੂੰ ਆਖਦਾ ਹਾਂ, ਜੋ ਉਹ ਸਤਾ ਵੀ ਉਹਨਾਂ ਦਾ ਬਦਲਾ ਲੈ ਦੇਵੇਗਾ। ਪਰ ਜਦ ਮਨੁੱਖ ਦਾ ਪੁੱਤਰ ਆਵੇਗਾ, ਤਦ ਕਿ ਉਹ ਧਰਤੀ ਉੱਤੇ ਨੇਚਾ ਪਾਵੇਗਾ। ਉਸਨੇ ਕਈਆਂ ਨੂੰ, ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ, ਭਈ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ, ਇਹ ਦ੍ਰਿਸ਼ਟਾਂਤ ਵੀ ਦਿੱਤਾ ਕਿ ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੇਕਲ ਵਿੱਚ ਆਏ, ਇੱਕ ਫਰੀਸੀ ਅਤੇ ਦੂਆ ਮਸੂਲੀਆ। ਫਰੀਸੀ ਨੇ ਖਲੋ ਕੇ ਆਪਣੀ ਜੀਭ ਵਿੱਚ ਯੂੰ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ਰ, ਮੈਂ ਤੇਰਾ ਸ਼ੁਕਰ ਕਰਦਾ ਹਾਂ ਭਈ ਮੈਂ ਹੋਰਨਾਂ ਵਾਂਗੂ ਨਹੀਂ ਹਾਂ, ਜੋ ਲੁਟੇਰੇ, ਕੁਧਰਮੀ ਅਤੇ ਜਨਾਖਾਰ ਹਨ, ਅਤੇ ਨਾ ਇਸ ਮਸੂਲੀਏ ਵਰਗਾ ਹਾਂ। ਮੈਂ ਸਾਥੇ ਵਿੱਚ 2 ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ। ਪਰ ਉਸ ਮਸੂਲੀਏ ਨੇ ਕੁਝ ਫਰਕ ਨਾਲ ਖੜੋ ਕੇ ਇੰਨਾ ਵੀ ਨਾ ਚਾਹਿਆ, ਜੋ ਆਪਣੀਆਂ ਅੱਖੀਆਂ ਆਕਾਸ਼ ਦੀ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ ਹੇ ਪਰਮੇਸ਼ਰ, ਮੈਂ ਪਾਪੀ ਉੱਤੇ ਦਇਆ ਕਰ। ਮੈਂ ਤੁਹਾਨੂੰ ਆਖਦਾ ਹਾਂ, ਜੋ ਉਹ ਨਹੀਂ, ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ। ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ, ਸੋ ਨੀਵਾਂ ਕੀਤਾ ਜਾਵੇਗਾ, ਪਰ ਜੋ ਆਪ ਨੂੰ ਨੀਵਾਂ ਕਰਦਾ ਹੈ, ਸੋ ਉੱਚਾ ਕੀਤਾ ਜਾਵੇਗਾ। ਲੋਕ ਆਪਣੀ ਨਿਆਂਇਆਂ ਨੂੰ ਵੀ ਉਹਦੇ ਕੋਲ ਲਿਆਏ, ਤਾਂ ਜੋ ਉਹ ਉਹਨਾਂ ਨੂੰ ਛੋਹੇ। ਪਰ ਚੇਲਿਆਂ ਨੇ ਵੇਖ ਕੇ ਉਹਨਾਂ ਨੂੰ ਝਿੜਕਿਆ। ਪਰ ਯਿਸੂ ਨੇ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਕਿਹਾ, ਛੋਟੀਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਨਾ ਵਰਜੋ, ਕਿਉਂ ਜੋ ਪਰਮੇਸ਼ਰ ਦਾ ਰਾਜ ਇਹੋ ਜਿਹਾ ਦਾ ਹੈ।
मैं तुहानू सच आखदा हां भई जे कोई परमेश्वर दे राज नू चोहे पालक दी न्यायी कबूल ना करे वो उस विच कदे ना वड़ेगा। एक सरदार ने उस अगे अर्ज करके आखिया, सतगुरु जी मैं की करा जो सदीपक जीवन दा अधिकारी होवां। यीशु ने ओनू कहा, तू मैनू सत क्यों आखदा है? सत कोई नहीं पर निरा इको परमेश्वर तू हुक्मां नू जानदा है। जना ना कर, खून ना कर, चोरी ना कर, झूठी गवाही ना दे, अपने पिता अते माता दा आदर कर। वो ओनू आखिया, मैं अपने बालक पुने तो इन्हां सबना तो मनदा आया हां। यीशु ने सुन के ओनू आखिया, अजे तेरे विच एक गल दी घाटा है। जो कुछ तेरा है वेच अते कंगाल नू दे दे तां तेनू स्वर्ग विच तन मिलेगा अते आ मेरे पीछे हो तुर। पर वो ये सुन के बहुत उदास होया क्यों जो वड्डा धनवान सी। यीशु ने ओनू वेख के आखिया कि जेड़े दौलत रखदे हन उन्हां दा परमेश्वर दे राज विच वड़ना केड़ा ही औखा होवेगा। क्यों जो सूई दे नक्के विचों दी उठदा वड़ना इसे नालों सुखाल है। जो धनवान मनुख परमेश्वर दे राज विच वड़े। तां सुनन वालियां ने कहा, तां फिर किदी मुक्ति हो सकदी है? पर उस आख्या कि जेड़ियां गल्लां मनुखा तो अनहोणियां हन वो परमेश्वर तो हो सकदियां हन। तद पतरस ने कहा, वेख असी अपने सबो कुछ छड़ के तेरे मगर हो तुरे हां। तां उसने उन्हां नू कहा, मैं तुहानू सच आखदा हां भई अजिहा कोई नहीं कि जिन्हें घर या तीवी या पाइयां या मापियां या बाल बच्चियां नू परमेश्वर दे राज दे कारण छड्डिया है। जेड़ा इस समय विच बहुत गुना अते अगले युग विच सदीपक जीवन ना पावे। उसने 12 चेलियां नू लेके ओना नू आखिया, वेखो असी यरूशलेम नू जांदे हां अते सब कुछ जो नबियां दे राही लिखिया होया है मनुख दे पुत्र दे हक विच पूरा कीता जावेगा। क्योंकि वो पराइयां कौमां दे हथ फड़वाया जावेगा अते ओदे उत्ते टट्टा मारिया जावेगा और ओदी पत लाही जावेगी और उस पुर तुकिया जावेगा। वो कोरडे मारनगे नाले उसनु मार सुटनगे अते वो दिए दिन फिर जी उठेगा। उन्होंने इन्हां गल्लां विच कुछ ना समझिया अते ये गल उन्हां तो गुप्त रही और जेड़ियां गल्लां कहियां जांदियां सन उन्हां नू जानिया। यूं होया कि जा वो यरीहो दे नेड़े अपड़िया तां एक अन्ना सड़क दे कंडे बेटा भीख मंगदा सी अते ओने पीड़ लंघदी सुन के पुछिया, भाई ये की है? लोकां ने ओनू खबर दिती जो यीशु नासरी लंघ रहा है। तद ओने पुकार के आखिया, हे यीशु दाऊद दे पुत्र मेरे उत्ते दया कर। जेड़े अगे जांदे सन उन्हां उसनू चिड़किया, पई चुप कर। पर वो सगो होर भी ऊंची देखे बोलिया, हे दाऊद दे पुत्र मेरे उत्ते दया कर। तद यीशु ने पड़ो के ओनू अपने कोल लियाउण दा हुक्म कीता अते जां वो नेड़े आया तां ओनू पुछिया, तू की चाहुंदा है जो मैं तेरे लिए करा? ओने कहा, प्रभु जी मैं सुजाखा हो जावां। तां यीशु ने ओनू कहा, सुजाखा हो जा, तेरी नेचा ने तेनू बचाया। अते ओवे वो सुजाखा हो गया अते परमेश्वर दी वडियाई करदा होया उसदे मगर तुर पिया और सबना लोकां ने वेख के परमेश्वर दी उस्तत कीती। सबना नू प्यार भरी जय मसीह दी। आज जो आपा वचन पढ़िया सी उस विचों कुछ गल्लां नू ध्यान करांगे। कुछ दी किताब अध्याय 25 इस विच आपा वेखदे हां कि यहोवा परमेश्वर मूसा दे नाल अपने पवित्र स्थान दे प्रति अते उस दे अंदर रहने वाली हर एक पवित्र सामान दे प्रति गल्लां करदा अते कहंदा है कि ओनू बनाउण वाले कोर नाल बनावे। इस तो आपां नूं पता लगदा है कि परमेश्वर दी निगाह पवित्र स्थान दे उत्ते जिथे वो वसन लई या अपने लोकां दी दुख
ਤਕਲੀਫਾਂ ਨੂੰ ਸੁਣ ਕੇ ਛੁਟਕਾਰਾ ਦੇਣ ਦੇ ਲਈ ਉਤਰਦਾ ਹੈ, ਉੱਤੇ ਸਦਾ ਰਹਿੰਦਾ ਹੈ। ਉਹ ਆਪਣੇ ਪਵਿੱਤਰ ਅਸਥਾਨ ਦੀ ਖਿਆਲ ਰੱਖਦਾ ਹੈ। ਇਸ ਤੋਂ ਆਪਾਂ ਨੂੰ ਪ੍ਰਭੂ ਦੱਸਦਾ ਹੈ ਕਿ ਉਹਦੀ ਨਿਗਾਹ ਜਿੱਤੇ ਕਿਤੇ ਵੀ ਪ੍ਰਭੂ ਦੀ ਬੰਦਗੀ ਹੁੰਦੀ ਹੈ, ਉੱਤੇ ਸਦਾ ਰਹਿੰਦਾ ਹੈ। ਉਸ ਬੰਦਗੀ ਦਾ ਜਾਂ ਉਸ ਸਥਾਨ ਦਾ ਖਿਆਲ ਪਰਮੇਸ਼ਰ ਰੱਖਦਾ ਹੈ। ਅੱਗੇ ਆਪਾਂ ਵੇਖੀਏ ਪਹਿਲਾ ਰਾਜਿਆਂ ਦੀ ਪੋਥੀ ਅਧਿਆਇ 19 ਦੇ ਵਿੱਚ ਜਦ ਏਲੀਆ ਯੇਜ਼ਬੇਲ ਦੇ ਕਾਰਨ ਆਪਣੇ ਜਾਨ ਨੂੰ ਬਚਾਉਣ ਲਈ ਭੱਜ ਰਿਹਾ ਅਤੇ ਉਹ ਇੱਕ ਰੁੱਖ ਹੇਠ ਲੰਮਾ ਪੈਂਦਾ, ਉੱਤੇ ਯਹੋਵਾ ਆਪਣੇ ਦੂਤ ਨੂੰ ਘੱਲ ਕੇ ਉਹਨੂੰ ਤਕੜਾ ਕਰਦਾ ਅਤੇ ਉਹਨੂੰ ਪੁੱਛਦਾ ਹੈ ਕਿ ਤੂੰ ਕੀ ਕਰਦਾ ਹੈ, ਤੈਨੂੰ ਹਲੇ ਬਹੁਤ ਕੰਮ ਪਿਆ ਹੈ ਕਿ ਕਰਨ ਲਈ, ਤੂੰ ਅਗਾਹਾਂ ਵਧ ਕੇ ਮੇਰੇ ਲੋਕਾਂ ਲਈ ਸੇਵਾ ਕਰੋ ਅਤੇ ਮੇਰੇ ਦੇਸ਼ ਨੂੰ ਸੁੱਧ ਕਰੋ। ਉਹ ਕਹਿੰਦਾ ਹੈ ਕਿ ਤੂੰ ਤੱਕ ਕੇ ਉਰੇ ਨਾ ਰਹਿ, ਪਰ ਤੂੰ ਉੱਠ ਕੇ ਅਗਾਹਾਂ ਜਾ ਕੇ ਦਮਿਸ਼ਕ ਦੇ ਉੱਤੇ ਹਜ਼ਾਏਲ ਨੂੰ ਮਸਾ ਕਰ, ਨਾਲੇ ਇਸਰਾਏਲ ਉੱਤੇ ਯੇਹੂ ਨੂੰ ਪਾਦਸ਼ਾਹ ਬਣਾ, ਤੇਰੇ ਤਾਂ ਵਿੱਚ ਅਲੀਸਾ ਨੂੰ ਨਬੀ ਬਣਾ, ਤਾਂ ਕਿ ਜਿਨ੍ਹਾਂ ਦੇ ਕਾਰਨ ਮੇਰੇ ਦੇਸ਼ ਦੇ ਵਿੱਚ ਬੁਰੀਆਈ ਫੈਲੀ ਗਈ ਹੈ ਉਹਨਾਂ ਬਾਲ ਦੇਵਤਿਆਂ ਦੀ ਲੋਕਾਂ ਨੂੰ ਹਜ਼ਾਏਲ ਆਪਣੇ ਤਲਵਾਰ ਨਾਲ ਮਾਰੇ। ਜਿਹੜੇ ਉਹਦੇ ਤਲਵਾਰ ਤੋਂ ਬਚਦੇ ਉਹਨੂੰ ਰਹੋ, ਔਰ ਜਿਹੜੇ ਉਹਦੇ ਤਲਵਾਰ ਤੋਂ ਬਚਦੇ ਉਹਨੂੰ ਅਲੀਸਾ ਮਾਰੇ। ਪਰ ਤੂੰ ਕੱਲਾ ਨਾ ਸੋਚ ਕੇ ਆਪਣੇ ਹੌਸਲਾ ਨਾ ਹਾਰ, ਕਿਉਂਕਿ ਤੇਰੇ ਨਾਲ ਖੜਨ ਲਈ ਜਿਨ੍ਹਾਂ ਦੇ ਘੋੜੇ ਬਾਲ ਦੇਵਤਿਆਂ ਦੇ ਮੁਰੇ ਨਹੀਂ ਮੋੜਿਆ ਗਿਆ, ਉਹ 7000 ਤੇਰੇ ਨਾਲ ਨੇ। ਇਹ ਕਹਿ ਕੇ ਪਰਮੇਸ਼ਰ ਅਲੀਸਾ ਨੂੰ ਉਹਦੇ ਮਨ ਨੂੰ ਤਕੜਾ ਕਰਦਾ। ਪ੍ਰਭੂ ਉਹਦੇ ਸੇਵਾਦਾਰ ਉੱਤੇ ਵੀ ਧਿਆਨ ਰੱਖਦਾ, ਖਿਆਲ ਰੱਖਦਾ। ਅੱਗੇ ਜ਼ਬੂਰ 43 ਦੇ ਦੁਆਰਾ ਪਰਮੇਸ਼ਰ ਇੱਕ ਪ੍ਰਾਰਥਨਾ ਆਪਾਂ ਨੂੰ ਸਿਖਾਉਂਦਾ ਹੈ, ਜਿਹੜਾ ਸੇਵਾ ਦੇ ਕਾਰਨ, ਆਪਣੇ ਧਰਮ ਦੇ ਕੰਮਾਂ ਦੇ ਕਾਰਨ ਥੱਕ ਗਿਆ ਹੋਣ, ਉਹਨੂੰ ਇਸ ਪ੍ਰਕਾਰ ਪ੍ਰਾਰਥਨਾ ਕਰਨਾ ਚਾਹੀਦਾ ਹੈ ਕਿ ਉਹ ਪ੍ਰਭੂ ਦੇ ਸਨਮੁਖ ਇਹ ਆ ਕੇ, ਹੇ ਪ੍ਰਭੂ ਮੈਨੂੰ ਕਪਟੀ ਮਨੁੱਖ ਤੋਂ ਛੁੜਾ ਅਤੇ ਮੈਨੂੰ ਮੇਰੇ ਵੇਰੀਆਂ ਦੇ ਕਾਰਨ ਵਿਰਲਾਪ ਕਰਨ ਦਾ ਮੌਕਾ ਨਾ ਦੇ। ਮੈਂ ਸਦਾ ਤੇਰੇ ਸਨਮੁਖ ਤੇਰੇ ਚਰਨਾਂ ਵਿੱਚ ਧੰਨਵਾਦ ਕਰਨ ਲਈ ਖੜਾ ਰਹਾ। ਮੈਂ ਤੇਰੇ ਵਿੱਚ ਆਸ ਜੋ ਰੱਖਿਆ ਹਾਂ। ਆਪਣੇ ਮੁਕੜੇ ਨੂੰ ਵਿਪਤਾ ਤੋਂ ਛੁਡਾਉਣ ਵਾਲਾ ਪ੍ਰਭੂ ਪਰਮੇਸ਼ਰ ਕੋਲ ਦੁਆ ਇਸ ਪ੍ਰਕਾਰ ਕਰਕੇ ਛੁਟਕਾਰਾ ਨੂੰ ਪਾਵੇ। ਅੱਗੇ ਆਪਾਂ ਲੂਕਾ ਦੀ ਇੰਜੀਲ ਅਧਿਆਇ 17 ਦੇ ਵਿੱਚ ਵੇਖਦੇ ਹਾਂ, ਪਰਮੇਸ਼ਰ ਦੇ ਲੋਕ ਟੋਕਰ ਖਾਣਾ ਜ਼ਰੂਰੀ ਹੈ, ਪਰ ਜਿਹਦੇ ਰਾਹੀਂ ਉਹਨਾਂ ਨੂੰ ਟੋਕਰ ਮਿਲਦੀ ਹੈ ਉਸ ਬੰਦੇ ਦਾ ਪਾਪ ਕਦੇ ਮਾਫ ਕੀਤਾ ਨਹੀਂ ਜਾਵੇਗਾ। ਪਰ ਉਹਦੇ ਪ੍ਰਜਾ ਨੂੰ ਚਾਹੀਦਾ ਹੈ ਜਿਹੜਾ ਉਹਦਾ ਭਰਾ ਉਹਦੇ ਖਿਲਾਫ ਪਾਪ ਕੀਤਾ ਹੋਵੇ, ਜੇ ਉਹ ਆ ਕੇ ਉਹਦੇ ਕੋਲ ਮਾਫੀ ਮੰਗੇ ਤਾਂ ਉਹ ਉਹਨੂੰ ਮਾਫ ਕਰੇ। ਨਾਲੇ ਪ੍ਰਭੂ ਕਹਿੰਦਾ ਜਿਹੜਾ ਮਾਫ ਕਰਦਾ ਹੈ ਉਹਦਾ ਪਾਪ ਵੀ ਮਾਫ ਕੀਤਾ ਜਾਵੇਗਾ। 10 ਕੋੜੀਆਂ ਪਰਮੇਸ਼ਰ ਸੁੱਧ ਕਰਦਾ, ਉਸ ਵਿੱਚ ਇੱਕ ਸਾਮਰੀ ਪਰਮੇਸ਼ਰ ਦਾ ਧੰਨਵਾਦ ਕਰਨ ਲਈ ਮੁੜ ਕੇ ਆ ਰਿਹਾ, ਉਸ ਤੋਂ ਪਰਮੇਸ਼ਰ ਖੁਸ਼ ਹੁੰਦਾ। ਇਸ ਅਧਿਆਇ ਦੇ ਰਾਹੀਂ ਪਰਮੇਸ਼ਰ ਇਹ ਸਿਖਾਉਂਦਾ ਹੈ ਹਰੇਕ ਇਨਸਾਨ ਪਰਮੇਸ਼ਰ ਦੀ ਮਰਜ਼ੀ ਦੇ ਕਾਰਨ ਹੀ ਟੋਕਰ ਖਾਂਦਾ, ਤਾਂ ਕਿ ਉਹਦੇ ਰਾਹੀਂ ਉਹ ਪਰਤਾਵੇ ਦੇ ਵਿੱਚੋਂ ਜਿੱਤ ਪ੍ਰਾਪਤ ਕਰਕੇ ਪਰਮੇਸ਼ਰ ਦੀ ਮਹਿਮਾ ਨੂੰ ਕਰੇ। ਅੱਗੇ ਆਪਾਂ ਲੂਕਾ ਦੀ ਇੰਜੀਲ ਅਧਿਆਇ 18 ਦੇ ਵਿੱਚ ਵੇਖਦੇ ਹਾਂ ਕਿ ਲਗਾਤਾਰ ਪ੍ਰਾਰਥਨਾ ਕਰੋ। ਜਿਸ ਪ੍ਰਕਾਰ ਇੱਕ ਵਿਧਵਾ ਔਰਤ ਆਪਣੇ ਪਾਦਸ਼ਾਹ ਜਿਹੜਾ ਬੇਈਮਾਨੀ ਉਹਦੇ ਸਨਮੁਖ ਲਗਾਤਾਰ ਤੰਗ ਕਰਕੇ ਆਪਦੀ ਨਿਆਈ ਨੂੰ ਪਾਉਂਦੀ ਹੈ, ਉਸੇ ਪ੍ਰਕਾਰ ਤੁਸੀਂ ਵੀ ਪਰਮੇਸ਼ਰ ਦੇ ਸਨਮੁਖ
ਤਰਲੇ ਕਰੋ। ਜੇ ਤਰਲੇ ਕਰੇ ਤਾਂ ਪਰਮੇਸ਼ਰ ਤੁਹਾਨੂੰ ਤੁਹਾਡੇ ਮੰਗ ਨੂੰ ਪੂਰਾ ਕਰ ਦੇਵੇਗਾ। ਨਾਲੇ ਪ੍ਰਭੂ ਕਹਿੰਦਾ ਜਿਹੜਾ ਨੀਵਾਂ ਹੋ ਕੇ ਪਰਮੇਸ਼ਰ ਦੇ ਸਨਮੁਖ ਦੁਆ ਕਰੇਗਾ ਉਹਦੀ ਦੁਆ ਹੀ ਪਰਮੇਸ਼ਰ ਦੇ ਸਨਮੁਖ ਪਹੁੰਚਦੀ ਹੈ। ਉਹੀ ਪਰਮੇਸ਼ਰ ਦੇ ਹੱਥਾਂ ਵਿੱਚ ਬਰਕਤਾਂ ਨੂੰ ਪ੍ਰਾਪਤ ਕਰਦਾ ਹੈ। ਇਹਨਾਂ ਸਾਰੇ ਅਧਿਆਇ ਦੇ ਰਾਹੀਂ ਪਰਮੇਸ਼ਰ ਇੱਕ ਗੱਲ ਨੂੰ ਆਪਾਂ ਨੂੰ ਸਿਖਾਉਂਦਾ ਹੈ ਕਿ ਪਰਮੇਸ਼ਰ ਆਪਣੇ ਪਵਿੱਤਰ ਸਥਾਨ ਉੱਤੇ ਆਪਣੇ ਪਵਿੱਤਰ ਸੇਵਾਦਾਰ ਉੱਤੇ ਖਿਆਲ ਰੱਖਦਾ ਹੈ। ਨਾਲੇ ਪਰਮੇਸ਼ਰ ਆਪਣੇ ਸੇਵਾਦਾਰ ਦੀ ਦੁਆ ਉੱਤੇ ਧਿਆਨ ਰੱਖਦਾ ਹੈ। ਪਰਮੇਸ਼ਰ ਚਾਹੁੰਦਾ ਹੈ ਉਹਦੇ ਲੋਕ ਪਰਤਾਵੇ ਵਿੱਚ ਜਿੱਤ ਪ੍ਰਾਪਤ ਕਰਨ ਅਤੇ ਪਰਮੇਸ਼ਰ ਦਾ ਧੰਨਵਾਦ ਕਰਨ ਨਾਲੇ ਉਹ ਆਪਣੇ ਆਪ ਨੂੰ ਮਨ ਹਲੀਮ ਰੱਖਦੇ ਹੋਏ ਪ੍ਰਭੂ ਦੇ ਸਨਮੁਖ ਤਰਲੇ ਕਰਨ। ਪ੍ਰਭੂ ਇਹਨਾਂ ਸਾਰੇ ਵਚਨਾਂ ਦੇ ਰਾਹੀਂ ਤੁਹਾਨੂੰ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।